ਸਤਿ ਸ਼੍ਰੀ ਅਕਾਲ। ਜਮਾਤ ਦੂਸਰੀ ਦੇ ਸਮੂਹ ਵਿਦਿਆਰਥੀਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਆਈ ਥਿੰਕ ਵਿੱਚ। ਪਿਆਰੇ ਬੱਚਿਓ, ਅੱਜ ਅਸੀਂ ਗਣਿਤ ਵਿਸ਼ੇ ਨੂੰ ਲੈ ਕੇ ਫਿਰ ਤੋਂ ਤੁਹਾਡੇ ਸਨਮੁਖ ਹਾਂ। ਤੁਹਾਡੇ ਸਾਹਮਣੇ ਅੱਜ ਮੈਂ ਗਣਿਤ ਵਿਸ਼ੇ ਦੇ ਪੇਜ ਨੰਬਰ 65 ਤੋਂ ਸਟਾਰਟ ਕਰਾਂਗੇ, ਕਿਉਂਕਿ ਪਿਛਲੇ ਵੀਡੀਓ ਦੇ ਵਿੱਚ ਅਸੀਂ ਜਦੋਂ ਗਣਿਤ ਦਾ ਵੀਡੀਓ ਕੀਤਾ ਸੀ ਸਿਲੇਬਸ ਦੇ ਅਕੋਰਡਿੰਗਲੀ ਸਿਲੇਬਸ ਦੇ ਮੁਤਾਬਕ ਅਸੀਂ ਬੱਚੇ ਸਵਾਲ ਨੰਬਰ 3 ਤੋਂ 7 ਜਿਹੜੇ ਸੀ ਉਹ ਕੀਤੇ ਸੀ। ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ। ਅਸੀਂ ਇੱਥੋਂ ਸਵਾਲ ਨੰਬਰ 3 ਤੋਂ ਇੱਕ ਜਮਾਤ 40 ਵਿਦਿਆਰਥੀ ਸਨ, ਜਿਨ੍ਹਾਂ ਵਿੱਚੋਂ 30 ਵਿਦਿਆਰਥੀਆਂ ਨੇ ਦੌੜਾਂ 'ਚ ਹਿੱਸਾ ਲਿਆ। ਕਿੰਨੇ ਵਿਦਿਆਰਥੀਆਂ ਨੇ ਦੌੜਾਂ 'ਚ ਹਿੱਸਾ ਨਹੀਂ ਲਿਆ, ਇੱਥੋਂ ਸਵਾਲ ਸ਼ੁਰੂ ਕੀਤੇ ਸੀ। ਔਰ ਇਹ ਸਵਾਲ ਅਸੀਂ ਘਟਾਓ ਕਰਦੇ ਕਰਦੇ ਅਸੀਂ ਸਵਾਲ ਨੰਬਰ 7 ਤੱਕ ਪਹੁੰਚੇ ਸੀ। ਸੋ ਪਿਆਰੇ ਬੱਚਿਓ, ਅੱਜ ਅਸੀਂ ਜੋੜ ਵੱਲ ਨੂੰ ਵਧਾਂਗੇ। ਅਸੀਂ ਘਟਾਓ ਦੇ ਸਵਾਲ ਪਿੱਛੇ ਕਰ ਲਏ ਆ। ਅੱਜ ਅਸੀਂ ਸਿੱਖਾਂਗੇ ਕਿ ਸੰਖਿਆ ਨੂੰ ਤੋੜ ਕੇ ਕਿਵੇਂ ਜੋੜ ਕਰੀਦਾ, ਇਕੱਲੀ ਸੰਖਿਆ ਨੂੰ ਤੋੜਨਾ ਅਤੇ ਕਿਵੇਂ ਜੋੜ ਕਰਨਾ, ਦੋਵਾਂ ਸੰਖਿਆਵਾਂ ਨੂੰ ਤੋੜਨਾ ਹੈ ਅਤੇ ਕਿਵੇਂ ਜੋੜ ਕਰਨਾ, ਵਿਸਥਾਰ ਦੇ ਕੇ ਜੋੜ ਕਰਨਾ ਹੈ ਅਤੇ ਕਿਵੇਂ ਕਰਨਾ। ਜਿਵੇਂ ਤੁਸੀਂ ਪਾਰਟ ਨੰਬਰ C 'ਚ ਥੱਲੇ ਦੇਖੋ, ਵਿਸਥਾਰ ਵਿਧੀ ਵੀ ਦਿੱਤੀ ਹੈ। ਇਹ ਤਿੰਨੇ ਵਿਧੀਆਂ ਤੁਹਾਨੂੰ ਸਮਝਾਵਾਂਗਾ। ਉਸ ਤੋਂ ਬਾਅਦ ਅਸੀਂ ਸਵਾਲ ਜਿਹੜੇ ਹੈ ਉਹਨਾਂ ਨੂੰ ਆਪਾਂ ਕਰਨਾ ਸ਼ੁਰੂ ਕਰਾਂਗੇ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦਾ ਹਾਂ ਤੁਹਾਡਾ, ਤੁਹਾਡੇ ਮਾਤਾ ਪਿਤਾ, ਤੁਹਾਡੇ ਵੱਡੇ ਭੈਣ ਭਰਾ, ਬਹੁਤ ਹੀ ਸਤਿਕਾਰਤ ਅਧਿਆਪਕ ਸਾਥੀ, ਜਿਹੜੇ ਬੱਚੇ ਇਹ ਵੀਡੀਓ ਤੁਹਾਡੇ ਤੱਕ ਪਹੁੰਚਾਉਂਦੇ ਨੇ, ਤੁਹਾਨੂੰ ਦਿਖਾਉਂਦੇ ਨੇ, ਸਿਲੇਬਸ ਕਰਵਾਉਂਦੇ ਨੇ। ਔਰ ਆਸ ਕਰਦਾ ਹਾਂ ਕਿ ਤੁਹਾਡੀ ਸਿਹਤ ਬਿਲਕੁਲ ਠੀਕ ਠਾਕ ਹੋਏਗੀ, ਤੁਸੀਂ ਸਿਹਤਮੰਦ ਹੋਵੋਗੇ, ਨਿਰੋਗੀ ਜੀਵਨ ਜਿਹੜਾ ਹੈ ਘਰਾਂ ਵਿੱਚ ਰਹਿ ਕੇ ਬਤੀਤ ਕਰ ਰਹੇ ਹੋਵੋਗੇ। ਜਿੱਥੇ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਦੇ ਹੋਵੋਗੇ, ਉੱਥੇ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਕੇ ਕਹਿਣਾ ਮੰਨ ਕੇ ਆਪਣਾ ਕੰਮ ਲਗਾਤਾਰ ਕਰ ਰਹੇ ਹੋਵੋਗੇ। ਸੋ ਚਲੋ, ਜ਼ਿਆਦਾ ਅਸੀਂ ਸਮਾਂ ਨਹੀਂ ਲੈਣਾ, ਜਲਦੀ ਆਪਣੇ ਸਿਲੇਬਸ ਵੱਲ ਨੂੰ ਪਰਤਣਾ ਹੈ। ਸੋ ਸਭ ਤੋਂ ਪਹਿਲੀ ਵਿਧੀ ਜਿਹੜੀ ਹੈ ਜੋੜ ਕਰਨ ਦੀ, ਇੱਕ ਸੰਖਿਆ ਨੂੰ ਤੋੜ ਕੇ, ਉਹ ਤੁਹਾਨੂੰ ਸਮਝਾਈ ਗਈ ਹੈ। ਤੁਸੀਂ ਉਦਾਹਰਨਾਂ ਦੇਖ ਸਕਦੇ ਹੋ, ਤੁਸੀਂ ਖੁਦ ਵੀ ਦੇਖ ਸਕਦੇ ਹੋ, ਲੇਕਿਨ ਮੈਂ ਬਿਹਤਰ ਸਮਝਦਾ ਕਿ ਤੁਹਾਨੂੰ ਚੰਗੀ ਤਰ੍ਹਾਂ ਇਹਦੇ ਬਾਰੇ ਸਮਝਾਇਆ ਜਾਵੇ, ਦੱਸਿਆ ਜਾਵੇ, ਤਾਂ ਕਿ ਚੰਗੀ ਤਰ੍ਹਾਂ ਤੁਹਾਨੂੰ ਜਿਹੜਾ ਹੈ ਇਸ ਵਿਧੀ ਬਾਰੇ ਜਾਣਕਾਰੀ ਹੋ ਜਾਵੇ ਕਿ ਸੰਖਿਆ ਨੂੰ ਤੋੜ ਕੇ ਜੋੜ ਕਿਵੇਂ ਕਰਨਾ ਹੈ। ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਬੱਚੇ, ਜਿਵੇਂ ਨਾਮ ਤੋਂ ਹੀ ਸਪਸ਼ਟ ਹੈ, ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਤੋੜਨਾ, ਸੰਖਿਆ ਨੂੰ ਤੋੜਨਾ। ਸੰਖਿਆ ਨੂੰ ਤੋੜਨ ਦਾ ਮਤਲਬ ਹੈ ਕਿ ਜਿੰਨੀ ਵੀ ਸੰਖਿਆ ਦਿੱਤੀ ਹੈ ਉਸ ਸੰਖਿਆ ਨੂੰ ਜਿਹੜਾ ਹੈ ਅਸੀਂ ਵਿਭਾਜਿਤ ਕਰ ਲੈਣਾ, ਤੋੜ ਕੇ ਅੱਧੋ ਅੱਧ ਕਰ ਲੈਣਾ ਹੈ, ਜਾਂ ਉਸ ਨੂੰ ਤੋੜ ਕੇ ਕੁਝ ਉਹਦੇ ਵਿੱਚੋਂ ਅੰਕ ਜਿਹੜੇ ਨੇ ਕੱਢ ਲੈਣੇ ਨੇ। ਸੋ ਇਹ ਅੰਕ ਕਿਵੇਂ ਤੋੜਨੇ ਨੇ, ਸੰਖਿਆ ਨੂੰ ਕਿਵੇਂ ਤੋੜਨਾ, ਆਓ ਮੈਂ ਤੁਹਾਨੂੰ ਵਿਸਥਾਰ ਨਾਲ ਦੱਸਦਾ। ਜਿਵੇਂ ਇੱਕ ਸੰਖਿਆ ਨੂੰ ਤੋੜਨਾ ਹੈ ਤਾਂ ਇਹਦੇ ਵਿੱਚ ਪਹਿਲੀ ਸੰਖਿਆ ਨੂੰ ਉਸੇ ਤਰ੍ਹਾਂ ਹੀ ਰਹਿਣ ਦੇਣਾ ਬੱਚੇ, ਪਹਿਲੀ ਸੰਖਿਆ ਨੂੰ ਨਹੀਂ ਛੇੜਨਾ, ਠੀਕ ਹੈ। 37 ਹੈ, 30 7 37, ਇਸ ਨੂੰ ਅਸੀਂ ਨਹੀਂ ਛੇੜਾਂਗੇ। ਜਿਹੜਾ 25 ਹੈ, ਇਸ ਨੂੰ ਅਸੀਂ ਦੋ ਹਿੱਸਿਆਂ ਵਿੱਚ ਬੇਟਾ ਤੋੜਾਂਗੇ। 20 5 25 ਹੁੰਦੇ ਆ, ਸਾਨੂੰ ਸਾਰਿਆਂ ਨੂੰ ਪਤਾ, ਆਪਾਂ ਇਸ ਤਰ੍ਹਾਂ ਤੋੜ ਲਾਂਗੇ। ਇਸ ਤਰ੍ਹਾਂ ਹੀ ਆਪਾਂ 37 ਅਤੇ 20 ਨੂੰ ਜੋੜਦੇ ਹੋਏ ਪਹਿਲਾਂ ਉਸ ਦਾ ਹੱਲ ਲਿਖ ਲਾਂਗੇ, ਕਿਉਂਕਿ 37 ਵਿੱਚ ਅਸੀਂ 20 ਜੋੜਾਂਗੇ ਤਾਂ ਉੱਤਰ 57 ਆਏਗਾ। ਤੁਸੀਂ ਜੋੜ ਕੇ ਦੇਖ ਸਕਦੇ ਹੋ। ਜਦੋਂ ਅਸੀਂ ਬੱਚੇ 37 ਵਿੱਚ 20 ਜੋੜਾਂਗੇ ਤਾਂ ਤੁਹਾਡੇ ਸਾਹਮਣੇ ਉੱਤਰ ਜਿਹੜਾ ਹੈ ਉਹ 57 ਆ ਗਿਆ ਹੈ। 7 ਇਕਾਈਆਂ, 3 ਔਰ 2 5 ਦਹਾਈਆਂ, 57 ਉੱਤਰ ਆ ਗਿਆ। ਇਸ ਤਰ੍ਹਾਂ ਹੀ ਦੇਖੋ 57 ਆ ਗਿਆ, ਲੇਕਿਨ ਇਹਦੇ ਵਿੱਚ ਇੱਕ 5 ਰਹਿ ਗਿਆ, ਉਹ 5 ਆਪਾਂ ਇੱਥੇ ਅੱਗੇ ਜੋੜ ਲਾਂਗੇ। 57 ਵਿੱਚ 5 ਜੋੜਾਂਗੇ ਤਾਂ ਉੱਤਰ ਆ ਜਾਏਗਾ 62। ਇਹ ਹੈ ਬੇਟਾ ਇੱਕ ਸੰਖਿਆ ਨੂੰ ਤੋੜ ਕੇ ਅਸੀਂ ਜੋੜ ਕਰਨਾ ਸਿੱਖਿਆ, ਠੀਕ ਹੈ। ਇਸ ਤੋਂ ਅੱਗੇ ਦੂਸਰੀ ਵਿਧੀ ਜਿਹੜੀ ਹੈ, ਮੈਨੂੰ ਆਸ ਹੈ ਕਿ ਇਹ ਵਿਧੀ ਤੁਹਾਨੂੰ ਇੱਕ ਸੰਖਿਆ ਤੋੜ ਕੇ ਜੋੜ ਕਰਨ ਵਾਲੀ ਸਮਝ ਆ ਗਈ ਹੋਏਗੀ। ਇਸ ਤੋਂ ਅਗਲੀ ਵਿਧੀ ਜਿਹੜੀ ਹੈ ਉਹ ਹੈ ਬੱਚਿਆ ਕਿ ਦੋਵੇਂ ਸੰਖਿਆਵਾਂ ਨੂੰ ਤੋੜਨਾ ਹੈ। ਜਿਵੇਂ ਉੱਪਰ ਅਸੀਂ ਇੱਕ ਸੰਖਿਆ ਨੂੰ ਤੋੜ ਕੇ, ਜਿਹੜੀ 2 ਨੰਬਰ ਵਾਲੀ ਸੰਖਿਆ ਉਸ ਨੂੰ ਤੋੜ ਕੇ, ਕੋਈ ਵੀ ਸੰਖਿਆ ਤੁਸੀਂ ਤੋੜ ਸਕਦੇ ਹੋ, ਪਹਿਲੀ ਵੀ ਤੋੜ ਸਕਦੇ ਹੋ, ਦੂਜੀ ਵੀ ਤੋੜ ਸਕਦੇ ਹੋ, ਕੋਈ ਗੱਲ ਨਹੀਂ। ਜੋੜ ਸਿਰਫ ਅਸੀਂ ਪਹਿਲਾਂ 2 ਦਾ ਕਰਨਾ ਹੈ, ਫਿਰ ਤੀਸਰੀ ਦਾ ਜੋੜ ਕਰਕੇ ਅਸੀਂ ਉੱਤਰ ਉਹਦਾ ਲੱਭ ਲੈਣਾ ਹੈ। ਇਸੇ ਤਰ੍ਹਾਂ ਹੁਣ ਦੇਖਦੇ ਹਾਂ ਕਿ ਦੋਵਾਂ ਸੰਖਿਆਵਾਂ ਨੂੰ ਕਿਵੇਂ ਤੋੜਨਾ। ਸੋ ਉਹਦੇ ਵਾਸਤੇ ਦੱਸਿਆ ਗਿਆ, ਜਿਸ ਤਰ੍ਹਾਂ ਉੱਪਰ ਅਸੀਂ ਇੱਕ ਸੰਖਿਆ ਨੂੰ ਤੋੜਿਆ ਸੀ, ਇੱਥੇ ਅਸੀਂ 2 ਸੰਖਿਆਵਾਂ ਨੂੰ ਤੋੜਾਂਗੇ। ਜਿਵੇਂ 48 ਨੂੰ ਅਸੀਂ 48 ਵਿੱਚ ਤੋੜ ਲਿਆ, ਠੀਕ ਹੈ। ਇਸ ਤਰ੍ਹਾਂ ਹੀ 27 ਨੂੰ ਅਸੀਂ ਬੇਟਾ
20 7 27 ਵਿੱਚ ਤੋੜ ਲਿਆ। ਹੁਣ ਅਸੀਂ 40 ਅਤੇ 20 ਆਪਸ ਵਿੱਚ ਜੋੜਾਂਗੇ, ਠੀਕ ਹੈ। ਫਿਰ ਅਸੀਂ 8 ਅਤੇ 7 ਆਪਸ ਵਿੱਚ ਜੋੜ ਦੇਵਾਂਗੇ। ਸੋ ਜਦੋਂ ਅਸੀਂ 40 ਵਿੱਚ 20 ਜੋੜੇ ਤਾਂ ਸਾਡੇ ਕੋਲ 60 ਆ ਗਏ। ਇਸ ਤਰ੍ਹਾਂ ਹੀ 8 ਵਿੱਚ 7 ਜੋੜੇ ਤਾਂ ਸਾਡੇ ਕੋਲ 15 ਉੱਤਰ ਆ ਗਿਆ। ਸੋ ਅਸੀਂ ਹੁਣ ਅਖੀਰ ਵਿੱਚ ਕੀ ਕਰਾਂਗੇ, ਇਹਨਾਂ ਦੋਵਾਂ ਸੰਖਿਆਵਾਂ ਨੂੰ ਜੋੜ ਦੇਵਾਂਗੇ। ਅਤੇ ਜਦੋਂ ਦੋਵਾਂ ਸੰਖਿਆਵਾਂ ਨੂੰ ਜੋੜਾਂਗੇ 60 ਅਤੇ 15 ਸਾਡੇ ਕੋਲ 75, 70 5 75 ਜਿਹੜਾ ਉੱਤਰ ਹੈ ਉਹ ਆ ਜਾਏਗਾ। ਇਸ ਤੋਂ ਇਲਾਵਾ ਤੁਹਾਨੂੰ ਜੋੜ ਕੇ ਦੱਸਿਆ ਗਿਆ 48 ਨੂੰ ਕਿਵੇਂ ਤੋੜਨਾ ਹੈ। 40 8 48 ਹੁੰਦੇ ਆ। 27 ਨੂੰ ਕਿਵੇਂ ਤੋੜਨਾ ਹੈ। 20 7 27 ਹੁੰਦੇ ਆ, ਠੀਕ ਹੈ। ਇਹ ਸੀ ਦੋਵਾਂ ਸੰਖਿਆਵਾਂ ਨੂੰ ਕਿਵੇਂ ਤੋੜਨਾ ਹੈ। ਤੀਸਰੀ ਵਿਧੀ ਅੱਜ ਅਸੀਂ ਕਰਾਂਗੇ ਉਹ ਹੈ ਵਿਸਥਾਰ ਵਿਧੀ। ਵਿਸਥਾਰ ਵਿਧੀ ਹੋਰ ਵੀ ਸੌਖੀ ਹੈ, ਕਿਉਂਕਿ ਵਿਸਥਾਰ ਵਿਧੀ ਦੇ ਵਿੱਚ ਅਸੀਂ ਇਕਾਈਆਂ ਦਹਾਈਆਂ ਦਾ ਉਪਯੋਗ ਕਰਾਂਗੇ। ਸੋ ਇਹਦੇ ਵਿੱਚ ਕੀ ਹੈ, ਜਿਵੇਂ ਉਦਾਹਰਨ ਦੇ ਤੌਰ 'ਤੇ 53 ਵਿੱਚ ਅਸੀਂ 48 ਜੋੜਨੇ ਨੇ, ਪਰ ਆਪਾਂ ਵਿਸਥਾਰ ਵਿਧੀ ਜਿਹੜੀ ਹੈ ਉਹ ਕਰਨੀ ਹੈ ਜਿਵੇਂ ਸਾਨੂੰ ਦੱਸੀ ਗਈ ਹੈ। ਸੋ ਇਸ ਵਿਸਥਾਰ ਵਿਧੀ ਨੂੰ ਕਰਨ ਵਾਸਤੇ ਜਿਹੜਾ ਪਹਿਲਾ ਪੱਗ ਹੈ, ਮਤਲਬ ਪਹਿਲਾ ਸਟੈਪ ਜਿਹੜਾ ਹੈ, ਜਦੋਂ ਅਸੀਂ ਕਰਨਾ ਹੈ ਤਾਂ ਇਸ ਨੂੰ ਅਸੀਂ ਦਹਾਈਆਂ ਥੱਲੇ ਦਹਾਈਆਂ ਲਿਖਾਂਗੇ, ਇਕਾਈਆਂ ਥੱਲੇ ਇਕਾਈਆਂ ਲਿਖ ਲਵਾਂਗੇ। ਜਿਵੇਂ 5 ਦਹਾਈ ਦੇ ਸਥਾਨ 'ਤੇ ਹੈ, ਦੂਸਰੇ ਪਾਸੇ 4 ਦਹਾਈ ਦੇ ਸਥਾਨ 'ਤੇ ਹੈ, ਆਪਾਂ 5 ਅਤੇ 4 ਦਹਾਈ ਦੇ ਸਥਾਨ 'ਤੇ ਲਿਖ ਲਿਆ। ਇਸੇ ਤਰ੍ਹਾਂ ਹੀ 3 ਅਤੇ 8 ਇਕਾਈ ਦੇ ਸਥਾਨ 'ਤੇ ਹੈ, ਆਪਾਂ 3 ਅਤੇ 8 ਨੂੰ ਇਕਾਈ ਦੇ ਸਥਾਨ 'ਤੇ ਲਿਖ ਲਿਆ। ਬਸ ਹੁਣ ਕੁਛ ਨਹੀਂ ਕਰਨਾ, ਸਿਰਫ ਅਸੀਂ ਦਹਾਈਆਂ ਜਿਹੜੀਆਂ ਨੇ ਉਹ ਅਲੱਗ ਜੋੜ ਦੇਣੀਆਂ ਨੇ, ਇਕਾਈਆਂ ਜਿਹੜੀਆਂ ਨੇ ਉਹ ਅਲੱਗ ਜੋੜ ਦੇਣੀਆਂ ਨੇ। ਜਿਵੇਂ 8 ਔਰ 3 11 ਇਕਾਈਆਂ ਬਣ ਜਾਂਦੀਆਂ ਨੇ। ਹੁਣ ਤੁਸੀਂ ਕਹੋਗੇ ਕਿ 11 ਇਕਾਈਆਂ ਤਾਂ ਬਣ ਗਈਆਂ, ਇੱਧਰ 5 ਔਰ 4 9 ਇਕਾਈਆਂ ਬਣ ਗਈਆਂ, ਠੀਕ ਹੈ ਨਾ, ਸੌਰੀ ਦਹਾਈਆਂ ਬਣ ਗਈਆਂ। 5 ਔਰ 4 9 ਦਹਾਈਆਂ, ਕਿਉਂਕਿ ਦਹਾਈਆਂ ਵਾਲੇ ਪਾਸੇ ਨੇ। ਹੁਣ ਤੁਸੀਂ ਆਪਾਂ ਜਿਹੜੀਆਂ 11 ਇਕਾਈਆਂ ਨੇ ਇਹਨਾਂ 'ਚੋਂ ਇੱਕ ਦਹਾਈ ਕੱਢ ਲਾਂਗੇ, ਕਿਉਂਕਿ 11 ਇਕਾਈਆਂ ਦੇ ਵਿੱਚ ਇੱਕ ਦਹਾਈ ਵੀ ਸ਼ਾਮਲ ਹੈ ਅਤੇ ਇੱਕ ਇਕਾਈ ਸ਼ਾਮਲ ਹੈ। ਸੋ ਇਸ ਤੋਂ ਆਪਾਂ ਇੱਕ ਦਹਾਈ ਕੱਢ ਕੇ ਇੱਥੇ ਕਰ ਲਾਂਗੇ 10 ਦਹਾਈਆਂ। ਇਹਨੂੰ ਆਪਾਂ ਰੇਜ਼ ਕਰ ਦਾਂਗੇ, ਇੱਥੇ ਬਣ ਜਾਣਗੀਆਂ ਸਾਡੇ ਕੋਲ 10 ਦਹਾਈਆਂ। ਫਿਰ ਇੱਥੇ ਇਕਾਈਆਂ ਕਿੰਨੀ ਰਹਿ ਜਾਣਗੀਆਂ, ਇੱਕ ਇਕਾਈ ਰਹਿ ਜਾਏਗੀ, ਠੀਕ ਹੈ ਨਾ। ਸੋ 10 ਦਹਾਈਆਂ ਬਣ ਗਈਆਂ ਅਤੇ ਇੱਕ ਇਕਾਈ ਬਣ ਗਈ। ਜਿਵੇਂ ਦੱਸਿਆ ਗਿਆ ਥੱਲੇ ਕਿ ਸਾਡੇ ਕੋਲ 10 ਇਕਾਈਆਂ ਬਣ ਗਈਆਂ, ਠੀਕ ਹੈ, ਕਿਉਂਕਿ ਇੱਕ ਦਹਾਈ ਦੇ ਵਿੱਚ ਆਪਾਂ 11 ਇਕਾਈਆਂ 'ਚੋਂ ਇੱਕ ਦਹਾਈ ਲਈ ਸੀ। ਸੋ ਇਸ ਕਰਕੇ 10 ਇਕਾਈਆਂ ਬਣ ਗਈਆਂ। ਲੇਕਿਨ ਸਾਡੇ ਕੋਲ ਇਕਾਈਆਂ ਕਿੰਨੀਆਂ ਬਚ ਗਈਆਂ, ਇੱਕ ਇਕਾਈ ਜਿਹੜੀ ਹੈ ਸਾਡੇ ਕੋਲ ਬਚ ਗਈ। 10 ਦਹਾਈਆਂ ਸਾਡੇ ਕੋਲ ਆ ਗਈਆਂ। ਹੁਣ 10 ਦਹਾਈਆਂ ਦਾ ਮਤਲਬ ਕੀ ਹੈ, 100, ਕਿਉਂਕਿ ਇੱਕ ਦਹਾਈ ਵਿੱਚ 10 ਅੰਕ ਹੁੰਦੇ ਨੇ, 10 ਇਕਾਈਆਂ ਹੁੰਦੀਆਂ ਨੇ, ਠੀਕ ਹੈ। ਅਤੇ 10 ਦਹਾਈਆਂ ਜਦੋਂ ਹੋ ਜਾਣ ਤਾਂ ਫਿਰ 10 ਦਹਾਈਆਂ ਜਦੋਂ ਹੋ ਜਾਣ ਤਾਂ ਅਸੀਂ ਕਿੰਨੇ ਪ੍ਰਾਪਤ ਕਰਦੇ ਹਾਂ, 100, ਠੀਕ ਹੈ ਨਾ। 10 ਦਹਾਈ ਹੋ ਜਾਣ ਤਾਂ 100 ਪ੍ਰਾਪਤ ਹੋ ਜਾਂਦੇ ਆ। 100 ਅਤੇ ਇੱਕ ਇਕਾਈ ਸਾਡੇ ਕੋਲ ਹੋਰ ਹੈ, ਜਦੋਂ ਅਸੀਂ 100 ਵਿੱਚ ਇੱਕ ਜੋੜਾਂਗੇ ਤਾਂ ਸਾਡੇ ਕੋਲ ਉੱਤਰ ਆ ਜਾਏਗਾ 101। ਇਹ ਹੈ ਵਿਸਥਾਰ ਵਿਧੀ। ਮੈਨੂੰ ਆਸ ਹੈ ਕਿ ਸਾਰੇ ਬੱਚਿਆਂ ਨੂੰ ਇਹ ਵਿਸਥਾਰ ਵਿਧੀ ਚੰਗੀ ਤਰ੍ਹਾਂ ਪਤਾ ਲੱਗੀ ਹੋਏਗੀ। ਸਭ ਤੋਂ ਪਹਿਲਾਂ ਅਸੀਂ ਸੰਖਿਆ ਨੂੰ ਤੋੜਨਾ, ਇੱਕ ਸੰਖਿਆ ਨੂੰ ਤੋੜਨਾ ਸਿੱਖਿਆ। 2 ਨੰਬਰ 'ਤੇ B ਨੰਬਰ 'ਤੇ ਅਸੀਂ ਦੋਵਾਂ ਸੰਖਿਆਵਾਂ ਨੂੰ ਤੋੜ ਕੇ ਜੋੜ ਕਿਵੇਂ ਕਰੀਦਾ ਇਹ ਸਿੱਖਿਆ। ਤੀਸਰੇ ਨੰਬਰ 'ਤੇ ਉਦਾਹਰਨ ਤੋਂ ਆਪਾਂ ਵਿਸਥਾਰ ਜਿਹੜਾ ਹੈ ਸੰਖਿਆ ਨੂੰ ਦੇ ਕੇ ਜੋੜ ਕਿਵੇਂ ਕਰਨਾ ਹੈ ਉਹ ਸਿੱਖਿਆ। ਮੈਨੂੰ ਆਸ ਹੈ ਕਿ ਸਾਰੇ ਬੱਚਿਆਂ ਨੂੰ ਸਮਝ ਆ ਗਈ ਹੋਏਗੀ। ਕਿਰਪਾ ਕਰਕੇ ਇਹਨਾਂ ਤਿੰਨਾਂ ਵਿਧੀਆਂ ਨੂੰ ਤੁਸੀਂ ਜਿੱਥੇ ਖੁਦ ਸਮਝੋਗੇ ਉੱਥੇ ਨਾਲ ਦੀ ਨਾਲ ਹੀ ਵੀਡੀਓ ਨੂੰ 2-3 ਵਾਰੀ ਘੁਮਾ ਕੇ ਪਿੱਛੇ ਕਰਕੇ ਦੇਖ ਕੇ ਵਿਧੀਆਂ ਤੁਸੀਂ ਸਮਝ ਸਕਦੇ ਹੋ। ਜੋ ਮੈਂ ਬੋਲਿਆ ਉਸ ਤੋਂ ਆਸਾਨੀ ਨਾਲ ਤੁਹਾਨੂੰ ਸਮਝ ਆ ਜਾਏਗੀ, ਦੇਖ ਕੇ ਸਮਝ ਆ ਜਾਏਗੀ, ਕਰਕੇ ਸਮਝ ਆ ਜਾਏਗੀ। ਹੁਣ ਅਸੀਂ ਬੇਟਾ ਪੇਜ ਨੰਬਰ ਜਿਹੜਾ ਹੈ 66 'ਤੇ ਜਾਵਾਂਗੇ ਅਤੇ ਹੁਣ ਆਪਾਂ ਸਵਾਲਾਂ ਵੱਲ ਜਿਹੜਾ ਹੈ ਮੁੜਾਂਗੇ। ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਇੱਕ ਸੰਖਿਆ ਨੂੰ ਤੋੜ ਕੇ ਕਿਵੇਂ ਜਿਹੜਾ ਹੈ ਉਹ ਜੋੜ ਕਰਨਾ ਹੈ, ਉਹੀ ਸਵਾਲ ਹੈ 1 ਨੰਬਰ ਦਾ। ਚਲੋ ਹੁਣ ਸਵਾਲ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਇੱਕ ਸੰਖਿਆ ਨੂੰ ਤੋੜ ਕੇ ਅਸੀਂ ਜੋੜ ਕਰਨਾ, ਜਿਵੇਂ ਮੈਂ ਤੁਹਾਨੂੰ ਉੱਪਰ ਸਮਝਾ ਕੇ ਆਇਆ ਅਸੀਂ ਕਿਵੇਂ ਕਰਨਾ ਸੀ। ਆਓ ਹੁਣ ਆਪਾਂ ਇਸ ਨੂੰ ਕਰਨ ਦਾ ਯਤਨ ਕਰਦੇ ਹਾਂ। ਪਹਿਲਾਂ ਹੈ 44 ਵਿੱਚ 37 ਜੋੜਨੇ ਨੇ, ਅਤੇ ਤੁਹਾਨੂੰ ਦੱਸਿਆ ਗਿਆ ਸੀ ਕਿ 44 ਆਪਾਂ ਉਸੇ ਤਰ੍ਹਾਂ ਹੀ ਲਿਖਾਂਗੇ, ਸਿਰਫ ਆਪਾਂ ਜਿਹੜਾ ਹੈ 37 ਨੂੰ ਤੋੜਾਂਗੇ। ਅਤੇ ਕਿੰਨੇ 37 ਹੁੰਦੇ ਆ, ਸੋਚੋ 30 7 37 ਹੁੰਦੇ ਆ, ਠੀਕ ਹੈ। ਸੋ ਆਪਾਂ 30 ਜਮਾ 7 37 ਇਸ ਨੂੰ ਆਪਾਂ ਅਲੱਗ ਕਰਕੇ ਇਸ ਤਰ੍ਹਾਂ ਲਿਖ ਲਾਂਗੇ, ਠੀਕ ਹੈ। ਹੁਣ ਅਸੀਂ ਦੂਸਰਾ ਸਟੈਪ ਕੀ ਸੀ, ਬਰਾਬਰ ਦੂਸਰਾ ਸਟੈਪ ਕੀ ਸੀ, ਅਸੀਂ 40 ਵਿੱਚ 30 ਨੂੰ ਜੋੜਾਂਗੇ, ਆ ਜਾਣਗੇ ਸਾਡੇ ਕੋਲ 74
ਤੁਸੀਂ ਜੋੜ ਕੇ ਦੇਖ ਸਕਦੇ ਹੋ। ਇਹ ਦੇਖੋ 40 ਵਿੱਚ ਅਸੀਂ ਜਦੋਂ 44 ਹੈ, 44 ਵਿੱਚ ਅਸੀਂ 30 ਜੋੜਾਂਗੇ ਤਾਂ ਸਾਡੇ ਕੋਲ ਉੱਤਰ ਆ ਜਾਏਗਾ 7 ਦਹਾਈਆਂ 4 ਇਕਾਈਆਂ 74, ਜਿਹੜਾ ਮੈਂ ਲਿਖਿਆ ਹੋਇਆ। ਠੀਕ ਹੈ, ਤੇ ਇੱਕ ਬਚ ਕੀ ਗਿਆ ਫਿਰ ਸਾਡੇ ਕੋਲ 7, ਜਮਾ ਪਾ ਕੇ ਇਹ ਜਮਾ ਦਾ ਨਿਸ਼ਾਨ ਵਿੱਚ ਪਾਵਾਂਗੇ, 7 ਸਾਡੇ ਕੋਲ ਬਚ ਗਿਆ ਸੀ, ਉਹ ਲਿਖ ਲਾਂਗੇ। ਹੁਣ ਤੀਸਰੇ ਸਟੈਪ ਤੇ ਕੀ ਕਰਾਂਗੇ, 74 ਵਿੱਚ 7 ਜੋੜ ਦਾਂਗੇ। ਜੋੜ ਕੇ ਤੁਸੀਂ ਦੇਖ ਲਓ ਬੱਚਿਓ, 74 ਵਿੱਚ 7 ਜੋੜਾਂਗੇ ਸਾਡੇ ਕੋਲ ਉੱਤਰ ਆ ਜਾਏਗਾ 81। ਠੀਕ ਹੈ, ਇਹ ਸਾਡਾ ਪਹਿਲੇ ਪ੍ਰਸ਼ਨ ਦਾ ਉੱਤਰ ਜਿਹੜਾ ਉਹ ਆ ਜਾਏਗਾ। ਹੁਣ ਅਸੀਂ ਬੇਟਾ ਇਸ ਤਰ੍ਹਾਂ ਹੀ ਸਵਾਲ ਨੰਬਰ 2 ਤੇ ਜਾਵਾਂਗੇ। 52 ਵਿੱਚ ਜਿਹੜਾ ਹੈ ਉਹ ਅਸੀਂ 48 40 8 48 ਜਿਹੜੇ ਨੇ ਉਹ ਜੋੜਾਂਗੇ। 52 ਨੂੰ ਉਸੇ ਤਰ੍ਹਾਂ ਹੀ ਲਿਖਾਂਗੇ ਬਰਾਬਰ ਪਾ ਕੇ। ਠੀਕ ਹੈ, ਤੇ 48 ਕਿੰਨੇ ਕਿੰਨੇ ਹੁੰਦੇ ਨੇ, 40 8 48 ਹੁੰਦੇ ਨੇ, 40 ਜਮਾ 8, ਇਸ ਨੂੰ ਅਸੀਂ ਵੱਖਰਾ ਲਿਖ ਲਾਂਗੇ ਇਸ ਤਰ੍ਹਾਂ। ਹੁਣ ਅਸੀਂ 52 ਵਿੱਚ 40 ਜੋੜਾਂਗੇ ਤਾਂ ਸਾਡੇ ਕੋਲ ਕਿੰਨਾ ਉੱਤਰ ਆ ਜਾਏਗਾ, 52 ਵਿੱਚ 40 ਅਸੀਂ ਜੋੜਨੇ ਨੇ, 52 ਵਿੱਚ 40 ਜੋੜਾਂਗੇ ਸਾਡੇ ਕੋਲ ਉੱਤਰ ਆ ਜਾਏਗਾ 92। ਤੁਸੀਂ ਉੱਤਰ ਆਪਣਾ ਕੱਚੀ ਕਾਪੀ ਤੇ ਕੱਢ ਕੇ ਦੇਖ ਸਕਦੇ ਹੋ। ਹੁਣ ਸਾਡੇ ਕੋਲ ਬਾਕੀ ਕਿੰਨਾ ਬਚ ਗਿਆ, 8 ਜਮਾ 8। ਹੁਣ 90 ਵਿੱਚ 8 ਜੋੜਾਂਗੇ ਤਾਂ ਸਾਡੇ ਕੋਲ ਉੱਤਰ ਆ ਜਾਏਗਾ 100। ਠੀਕ ਹੈ, 100 ਪੂਰਾ ਆ ਜਾਏਗਾ। ਠੀਕ ਹੈ, ਨੋਟ ਕਰ ਲਓ ਬੱਚੇ। ਅਗਲਾ ਹੈ ਬੱਚੇ, ਦੋਵਾਂ ਸੰਖਿਆਵਾਂ ਨੂੰ ਤੋੜ ਕੇ ਅਸੀਂ ਜੋੜ ਕਰਨਾ ਹੈ। ਇਸ ਨੂੰ ਨੋਟ ਕਰ ਲਓ ਵੀਡੀਓ ਪੌਜ਼ ਕਰਕੇ। ਅਗਲਾ ਹੈ ਦੋਵਾਂ ਸੰਖਿਆਵਾਂ ਨੂੰ ਤੋੜ ਕੇ ਜਿਹੜਾ ਹੈ ਇਹ ਜੋੜ ਕਰਨਾ ਹੈ। ਹੁਣ ਇੱਥੇ ਸੰਖਿਆ ਕੋਈ ਨਹੀਂ ਦਿੱਤੀ, ਇਹਦਾ ਮਤਲਬ ਜਿਹੜੀਆਂ ਉੱਪਰਲੀਆਂ ਸੰਖਿਆਵਾਂ ਹੈ ਇਹਨਾਂ ਦੋਵਾਂ ਨੂੰ ਤੋੜਨਾ ਹੈ। ਮੰਨ ਲਓ 44 ਹੈ, 44 ਅਤੇ 37 ਜਿਹੜੀ ਉੱਪਰਲੀ ਪਹਿਲਾ ਸਵਾਲ ਸੀ, 44 ਨੂੰ ਪਹਿਲਾਂ ਤੋੜਾਂਗੇ। ਜਦੋਂ 44 ਨੂੰ ਤੋੜਾਂਗੇ ਤਾਂ 40 4 44 ਹੁੰਦੇ ਬੇਟਾ, 44 ਜਮਾ 37 ਨੂੰ ਅਸੀਂ ਹੱਲ ਕਰਨਾ ਹੈ। ਠੀਕ ਹੈ, ਸੋ ਸਾਡੇ ਕੋਲ ਦੋਵਾਂ ਸੰਖਿਆਵਾਂ ਨੂੰ ਤੋੜਾਂਗੇ ਤੇ ਆ ਜਾਏਗਾ 40 4 44। ਠੀਕ ਹੈ, ਇੱਕ ਸੰਖਿਆ ਸਾਡੇ ਕੋਲ ਤੋੜ ਕੇ ਇਹ ਆ ਗਈ, ਦੂਸਰੀ ਹੈ 37 30 7 37, 30 ਜਮਾ 7 37। ਠੀਕ ਹੈ, ਹੁਣ ਅਸੀਂ ਇਸ ਦਾ ਜੋੜ ਕਰ ਦਾਂਗੇ। ਜਿਵੇਂ ਤੁਹਾਨੂੰ ਦੱਸਿਆ ਗਿਆ ਸੀ ਕਿ 40 ਵਿੱਚ ਅਸੀਂ 30 ਜੋੜਾਂਗੇ ਤੇ 4 ਵਿੱਚ ਅਸੀਂ 7 ਜੋੜਾਂਗੇ। ਜਦੋਂ 40 ਵਿੱਚ ਅਸੀਂ 30 ਜੋੜਾਂਗੇ ਤਾਂ ਆ ਜਾਏਗਾ 70, ਫਿਰ ਜਮਾ ਦਾ ਨਿਸ਼ਾਨ ਪਾਵਾਂਗੇ ਤੇ 4 ਵਿੱਚ 7 ਜੋੜਾਂਗੇ ਆ ਜਾਏਗਾ 11। ਹੁਣ ਅਸੀਂ ਬੱਚੇ ਇਸੇ ਤਰ੍ਹਾਂ ਹੀ 70 ਵਿੱਚ ਅਸੀਂ 11 ਜੋੜਾਂਗੇ ਤਾਂ ਸਾਡੇ ਕੋਲ ਉੱਤਰ ਆ ਜਾਏਗਾ 81। ਤੁਸੀਂ ਕੱਚੀ ਕਾਪੀ ਤੇ ਇਹ ਉੱਤਰ ਕਰਕੇ ਦੇਖ ਸਕਦੇ ਹੋ, 81 ਸਾਡਾ ਉੱਤਰ ਆ ਜਾਏਗਾ। ਠੀਕ ਹੈ, ਨੋਟ ਕਰ ਲਓ। ਇਸ ਤੋਂ ਅੱਗੇ ਹੁਣ ਅਸੀਂ ਦੇਖਦੇ ਹਾਂ ਸਵਾਲ ਨੰਬਰ 2, ਦੋਵਾਂ ਸੰਖਿਆਵਾਂ ਨੂੰ ਤੋੜ ਕੇ ਜੋੜ ਪਤਾ ਕਰੋ। ਹੁਣ ਦੇਖੋ ਸਵਾਲ ਨੰਬਰ 2 ਹੈ, 52 ਵਿੱਚ 48 ਜੋੜਨੇ ਨੇ, ਪਰ ਆਪਾਂ ਕੀ ਕਰਨਾ ਹੈ, ਦੋਵਾਂ ਸੰਖਿਆਵਾਂ ਨੂੰ ਤੋੜ ਕੇ। ਹੁਣ ਸਭ ਤੋਂ ਪਹਿਲਾਂ ਅਸੀਂ 52 ਜਮਾ 48 ਲਿਖਾਂਗੇ। ਹੁਣ ਪਹਿਲਾਂ ਅਸੀਂ 52 ਨੂੰ ਤੋੜਾਂਗੇ ਤੇ 50 2 52 ਹੁੰਦੇ ਨੇ। ਇਹ ਸਾਡੇ ਕੋਲ ਬੱਚੇ ਇੱਕ ਸੰਖਿਆ ਆ ਗਈ। ਦੂਸਰੀ ਹੈ 48 ਤੇ ਆਪਾਂ 40 ਜਮਾ 8 48 ਲਿਖਾਂਗੇ, ਸੰਖਿਆ ਨੂੰ ਤੋੜ ਦਾਂਗੇ। ਹੁਣ ਇਹਨਾਂ ਸੰਖਿਆਵਾਂ ਤੋੜੀਆਂ ਹੋਈਆਂ ਨੂੰ ਜੋੜ ਕਰ ਲਾਂਗੇ। 50 ਵਿੱਚ ਅਸੀਂ 40 ਜੋੜਾਂਗੇ, ਸਾਡੇ ਕੋਲ ਆਏਗਾ 90। ਤੁਸੀਂ ਖੁਦ ਕਾਪੀ ਤੇ ਕਰਕੇ ਉੱਤਰ ਨੂੰ ਦੇਖਣਾ ਹੈ ਬੇਟਾ। 90 ਵਿੱਚ ਹੁਣ ਅਸੀਂ 2 ਵਿੱਚ 8 ਜੋੜਾਂਗੇ, ਸਾਡੇ ਕੋਲ ਆ ਜਾਏਗਾ 10। ਤੇ ਜਦੋਂ ਦੋਨਾਂ ਨੂੰ ਜੋੜ ਦਾਂਗੇ 90 ਵਿੱਚ 10 ਜੋੜ ਦਾਂਗੇ ਸਾਡੇ ਕੋਲ ਆ ਜਾਏਗਾ 100। 100 ਸਾਡਾ ਉੱਤਰ ਆ ਜਾਏਗਾ।
ठीक है बेटे, नोट कर लो। सो ਇਹ ਸੀ ਬੇਟਾ ਤੁਹਾਡਾ ਇੱਕ ਸੰਖਿਆ ਨੂੰ ਤੋੜ ਕੇ ਅਤੇ ਦੋ ਸੰਖਿਆਵਾਂ ਨੂੰ ਤੋੜ ਕੇ ਜੋੜ ਕਿਵੇਂ ਪਤਾ ਕਰੀਏ। ਉੱਪਰ ਅਸੀਂ 3 ਵਿਧੀਆਂ ਅੱਜ ਕੀਤੀਆਂ ਨੇ। ਪਹਿਲੀ ਵਿਧੀ ਅਸੀਂ ਕੀਤੀ ਹੈ ਇੱਕ ਸੰਖਿਆ ਨੂੰ ਤੋੜਨਾ, ਠੀਕ ਹੈ ਨਾ, ਫਿਰ ਦੋ ਸੰਖਿਆਵਾਂ ਨੂੰ ਤੋੜਨਾ, ਫਿਰ ਅਸੀਂ ਕੀਤਾ ਅਖੀਰ ਦੇ ਵਿੱਚ ਵਿਸਥਾਰ ਵਿਧੀ ਜਿਹੜੀ ਅਸੀਂ ਸਮਝੀ ਸੀ। ਸੋ ਇਸ ਦੇ ਆਪਾਂ ਅਭਿਆਸ ਸਵਾਲ ਜਿਹੜੇ ਨੇ 2 ਕਰ ਲਏ ਨੇ। ਸਵਾਲ ਨੰਬਰ 1 ਅਤੇ 2 ਅਸੀਂ ਕਰ ਚੁੱਕੇ ਹਾਂ, ਠੀਕ ਹੈ। ਔਰ ਪੇਜ ਨੰਬਰ ਅਸੀਂ ਕੀਤਾ 64 ਅਤੇ 65। ਇਹ ਯਾਦ ਰੱਖਣਾ ਹੈ ਕਿ ਅਗਲੀ ਵੀਡੀਓ ਜਦੋਂ ਕਰਾਂਗੇ ਉਹ 'ਚ ਸਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਏਗੀ ਤਾਂ ਅਸੀਂ ਅੱਗੇ ਤੁਰਾਂਗੇ। ਸੋ ਮੈਨੂੰ ਆਸ ਹੈ ਕਿ ਤੁਹਾਨੂੰ ਸਮਝ ਲੱਗ ਗਈ ਹੋਏਗੀ। ਕਾਪੀਆਂ 'ਤੇ ਕਰਕੇ ਆਪਣੀ ਬੁੱਕਸ ਦੇ ਉੱਪਰ ਵੀ ਸੋਹਣਾ ਤੁਸੀਂ ਕਰ ਸਕਦੇ ਹੋ। ਵੱਡਿਆਂ ਬੱਚਿਆਂ ਦੇ ਨਾਲ, ਵੱਡੇ ਭੈਣ ਭਰਾਵਾਂ ਦੇ ਨਾਲ ਉਹਨਾਂ ਦੀ ਮਦਦ ਲੈ ਕੇ ਹੱਲ ਕਰ ਸਕਦੇ ਹੋ। ਸੋ ਅਗਲੀ ਵੀਡੀਓ 'ਚ ਫਿਰ ਮਿਲਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਧਿਆਪਕ ਸਾਥੀਆਂ ਦਾ ਖਾਸ ਕਰਕੇ ਧੰਨਵਾਦ। ਮਾਤਾ ਪਿਤਾ, ਤੁਹਾਡੇ ਵੱਡੇ ਭੈਣ ਭਰਾ, ਆਪਣਾ ਖਿਆਲ ਰੱਖੋ, ਆਪਣੇ ਵਾਤਾਵਰਨ ਦਾ ਖਿਆਲ ਰੱਖੋ। ਸਿਹਤਮੰਦ ਰਹਿਣ ਲਈ ਵੱਡਿਆਂ ਦੀ ਆਗਿਆ ਦਾ ਪਾਲਣ ਜ਼ਰੂਰ ਕਰੋ। ਅਗਲੀ ਵੀਡੀਓ 'ਚ ਫਿਰ ਮੁਲਾਕਾਤ ਹੋਵੇਗੀ ਸਾਰੇ ਬੱਚਿਆਂ ਨਾਲ। ਉਦੋਂ ਤੱਕ ਮੈਨੂੰ ਇਜਾਜ਼ਤ ਦਿਓ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।